हफ्ते भर ਦੀਆਂ ਇਮੀਗ੍ਰੇਸ਼ਨ ਦੀਆਂ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬਰਨ ਕੌਰ ਮਾਨ ਹਾਜ਼ਰ। ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਦੀ ਖਾਸ ਪੇਸ਼ਕਸ਼ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕਾ ਦੇ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀ ਬਿਨੇਕਾਰਾਂ ਲਈ ਖਾਸ ਖਬਰ। ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਲਈ ਪੜ੍ਹਨਾ ਹੋਇਆ ਔਖਾ। ਨਿਊਜ਼ੀਲੈਂਡ ਲਈ ਨਵੀਂ ਇਮੀਗ੍ਰੇਸ਼ਨ ਵੀਜ਼ਾ ਸ਼੍ਰੇਣੀ ਕੀਤੀ ਲਾਂਚ, ਸਤੰਬਰ ਤੋਂ ਹੋਵੇਗੀ ਸ਼ੁਰੂ। ਅੰਮ੍ਰਿਤਸਰ ਤੋਂ ਵੈਨਕੂਵਰ ਦਾ ਹਵਾਈ ਸਫ਼ਰ ਹੋਇਆ ਸੁਖਾਲਾ। ਸਿੰਗਾਪੁਰ 에ਅਰ ਸਕੂਟ ਤੇ ਜਾਓ ਕੈਨੇਡਾ ਤੇ ਅਮਰੀਕਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਅੰਮ੍ਰਿਤਸਰ ਤੋਂ ਉਡਾਣਾਂ ਦੇ ਵਿਸਥਾਰ ਲਈ ਸਕੂਟ ਨੂੰ ਕੀਤੀ ਅਪੀਲ। ਵਿਜ਼ਿਟਰ ਵੀਜ਼ਾ ਤੇ ਕੈਨੇਡਾ ਆਏ ਪਰ ਕੰਮ ਕਰ ਰਹੇ ਪ੍ਰਵਾਸੀਆਂ ਨੂੰ ਮੁਲਕ ਛੱਡਣ ਦੇ ਹੋਏ ਹੁਕਮ। ਕੈਨੇਡਾ ਦੇ ਹਵਾਈ ਅੱਡਿਆਂ ਤੇ ਕਰੋਨਾ ਟੈਸਟਿੰਗ ਮੁੜ ਹੋਈ ਸ਼ੁਰੂ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਤੁਰੰਤ ਪਾਸਪੋਰਟ ਬਣਾਉਣ ਲਈ ਸਤੰਬਰ ਤੱਕ ਕਰਨਾ ਪਵੇਗਾ ਇੰਤਜ਼ਾਰ। ਕੈਨੇਡਾ ਵਿੱਚ 2 ਹਫ਼ਤਿਆਂ ਦੌਰਾਨ 3250 ਉਮੀਦਵਾਰਾਂ ਨੂੰ ਮਿਲਿਆ ਪੱਕੀ ਇਮੀਗ੍ਰੇਸ਼ਨ ਦਾ ਮੌਕਾ। ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵੱਧ ਕੇ 27 ਲੱਖ ਹੋਇਆ ਕੈਨੇਡਾ ਵਿੱਚ। ਇਟਲੀ ਵਿੱਚ 에ਅਰਲਾਈਨਸ ਕਰਮੀ ਹੜਤਾਲ ਤੇ 400 ਉਡਾਣਾਂ ਰੱਦ ਹੋਈਆਂ ਨੇ ਇਸ ਹਫ਼ਤੇ ਤੇ 68,000 ਯਾਤਰੀ ਹੋਏ ਨੇ ਪ੍ਰਭਾਵਿਤ। ਡਾਕਟਰਾਂ ਦੀ ਰਾਏ ਤੋਂ ਬਿਨਾਂ ਅਪਾਹਜ ਯਾਤਰੀਆਂ ਨੂੰ ਬੋਰਡਿੰਗ ਤੋਂ ਨਹੀਂ ਇਨਕਾਰ ਕਰ ਸਕਦੀਆਂ 에ਅਰਲਾਈਨਸ, DGCA ਨੇ ਦਿੱਤੇ ਨੇ ਆਦੇਸ਼। US ਇਮੀਗ੍ਰੇਸ਼ਨ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤੀ ਬਿਨੇਕਾਰਾਂ ਲਈ ਗ੍ਰੀਨ ਕਾਰਡ ਦੀ ਉਡੀਕ ਲੰਬੀ ਹੋਣ ਦੀ ਸੰਭਾਵਨਾ ਹੈ ਕਿਉਂਕਿ 3,69,322 ਬਿਨੇਕਾਰਾਂ ਨੇ ਵੀਜ਼ਾ ਉਪਲਬਧਤਾ ਲਈ ਲੰਬਿਤ ਵਰਕ ਵੀਜ਼ਾ ਪਟੀਸ਼ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਵਿੱਚੋਂ ਲਗਭਗ ਸਾਰੇ EB2 ਅਤੇ EB3 ਬਿਨੇਕਾਰਾਂ ਨੇ ਅਤੇ ਤਕਨੀਕੀ ਕੰਪਨੀਆਂ ਇਹਨਾਂ ਦੀ ਵਰਤੋਂ ਪ੍ਰਵਾਸੀ ਵਰਕਰ ਵੀਜ਼ਾ ਨੂੰ ਸਪਾਂਸਰ ਕਰਨ ਲਈ ਕਰਦੀਆਂ ਨੇ। ਇਹਨਾਂ ਵੀਜ਼ਿਆਂ ਤੇ ਗ੍ਰੀਨ ਕਾਰਡ ਜਾਂ ਪਰਮਨੈਂਟ ਰੈਜ਼ੀਡੈਂਸੀ ਦਾ ਵਿਕਲਪ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਤੁਹਾਨੂੰ ਜਾਣਕਾਰੀ ਦਿੰਦਾ ਹੈ ਕਿ ਗ੍ਰੀਨ ਕਾਰਡ ਲੈਣ ਲਈ ਕਿੰਨੇ ਲੋਕ ਆਪਣੇ ਵੀਜ਼ਾ ਨੰਬਰ ਦੀ ਉਡੀਕ ਕਰ ਰਹੇ ਨੇ। ਉਹਨਾਂ ਨੇ ਇਹਨਾਂ ਪ੍ਰਮੁੱਖ ਬਿਨੇਕਾਰਾਂ ਨਾਲ ਜੁੜੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਪ੍ਰਦਾਨ ਨਹੀਂ ਕੀਤੀ, ਜੋ ਮਹੱਤਵਪੂਰਨ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਗਏ ਵੀਜ਼ਾ ਵੀ ਹਰੇਕ ਲਈ ਗਿਣੇ ਜਾਂਦੇ ਨੇ। ਅਸੀਂ ਕਈ ਦਹਾਕਿਆਂ ਦੇ ਉਡੀਕ ਦੇ ਸਮੇਂ ਨੂੰ ਦੇਖ ਰਹੇ ਹਾਂ। ਇਨ੍ਹਾਂ ਬਿਨੇਕਾਰਾਂ ਨੇ ਫਾਰਮ A140 ਸਵੀਕਾਰ ਕਰ ਲਿਆ ਹੈ, ਜੋ ਕਿ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਕਦਮ ਹੈ। ਫਾਰਮ 1140 ਦੀ ਮਨਜ਼ੂਰੀ ਤੋਂ ਬਾਅਦ ਭਾਰਤੀ ਮੂਲ ਦੇ ਨੌਕਰੀ ਦੇ ਬਿਨੇਕਾਰਾਂ ਨੂੰ ਉਹਨਾਂ ਦੀਆਂ ਤਰਜੀਹੀ ਤਰੀਕਾਂ ਤੇ ਲਾਗੂ ਹੋਣ ਲਈ ਕਈ ਸਾਲਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਤਰੀਕਾਂ ਦੇ ਵੈਧ ਹੋਣ ਤੋਂ ਬਾਅਦ ਵੀ USCIS ਪ੍ਰੋਸੈਸਿੰਗ ਵਿੱਚ ਦੇਰੀ ਕਾਰਨ ਗ੍ਰੀਨ ਕਾਰਡ ਦੇ ਅੰਤਿਮ ਪੜਾਅ ਇਮੀਗ੍ਰੇਸ਼ਨ ਵੀਜ਼ਾ ਜਾਰੀ ਕਰਨ ਵਿੱਚ ਕਈ ਹੋਰ ਸਾਲ ਲੱਗ ਸਕਦੇ ਨੇ। ਅਮਰੀਕਾ ਵਿੱਚ ਭਾਰਤ ਦੇ ਵਿਦਿਆਰਥੀਆਂ ਲਈ ਪੜ੍ਹਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਕਿਉਂਕਿ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਲਗਾਤਾਰ ਡਿੱਗਦੀ ਜਾ ਰਹੀ ਹੈ, ਜਿਸ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਜ਼ ਵਿੱਚ ਪੜ੍ਹਨ ਲਈ ਜ਼ਿਆਦਾ ਪੈਸਾ ਖਰਚ ਕਰਨਾ ਹੋਏਗਾ। ਇਸ ਦੇ ਚਲਦਿਆਂ ਜਿਹੜੇ ਵਿਦਿਆਰਥੀ ਜ਼ਿਆਦਾ ਖਰਚ ਚੁੱਕਣ ਦੇ ਸਮਰੱਥ ਨਹੀਂ ਹੋਣਗੇ, ਉਹਨਾਂ ਦਾ ਅਮਰੀਕਾ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਟੁੱਟ ਸਕਦਾ ਹੈ। ਮਜਬੂਰਨ ਉਹਨਾਂ ਨੂੰ ਉਸ ਦੇਸ਼ ਦਾ ਰੁਖ ਕਰਨਾ ਪੈ ਸਕਦਾ ਹੈ ਜਿੱਥੇ ਅਮਰੀਕਾ ਨਾਲੋਂ ਪੜ੍ਹਾਈ ਸਸਤੀ ਹੋਵੇ। ਇੱਕ ਪਾਸੇ ਵਿੱਤੀ ਸੰਸਥਾ ਨੂੰ ਲੱਗਦਾ ਹੈ ਕਿ ਚਿੰਤਾਵਾਂ ਸੱਚ ਨੇ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵੱਡੇ ਕਰਜ਼ ਲੈਣ ਦੀ ਲੋੜ ਪੈ ਸਕਦੀ ਹੈ। ਦੂਜੇ ਪਾਸੇ ਵਿਦੇਸ਼ ਵਿੱਚ ਰਹਿਣ ਵਾਲੇ ਸਿੱਖਿਆ ਸਲਾਹਕਾਰਾਂ ਦਾ ਕਹਿਣਾ ਹੈ ਕਿ ਉਹਨਾਂ ਵਿਦਿਆਰਥੀਆਂ ਨੂੰ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੋ ਪੜ੍ਹਾਈ ਪੂਰੀ ਕਰਨ ਮਗਰੋਂ ਅਮਰੀਕਾ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਨੇ। ਉਧਰ ਅਮਰੀਕਾ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਇੱਕ ਵਿਦਿਆਰਥੀ ਨੇ ਦੱਸਿਆ ਹੈ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ ਨਵੇਂ ਰਿਕਾਰਡ ਪੱਧਰ ਤੇ ਚਲਾ ਗਿਆ, ਜਿਸ ਨਾਲ ਵਿਦੇਸ਼ ਵਿੱਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲਿਆਂ ਦੀ ਚਿੰਤਾ ਵੱਧ ਗਈ ਹੈ ਅਤੇ ਇਹ ਉਹ ਦਿਨ ਤੇ ਪਹੁੰਚ ਗਏ ਨੇ ਜੋ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਨੇ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ ਦੇ ਕਮਜ਼ੋਰ ਹੋਣ ਕਾਰਨ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਪੜ੍ਹਾਈ ਦੀਆਂ ਯੋਜਨਾਵਾਂ ਤੇ ਡੂੰਘਾ ਅਸਰ ਪਏਗਾ ਅਤੇ ਵਿੱਤੀ ਬੋਝ ਵੱਧ ਸਕਦਾ ਹੈ। ਨਿਊਜ਼ੀਲੈਂਡ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਘਰੇਲੂ ਕਾਰੋਬਾਰਾਂ ਵਿੱਚ ਨਿਵੇਸ਼ ਕਰਨ ਲਈ ਤਜਰਬੇਕਾਰ ਉੱਚ ਮੁੱਲ ਵਾਲੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਨਵਾਂ ਨਿਵੇਸ਼ਕ ਪ੍ਰਵਾਸੀ ਵੀਜ਼ਾ ਬਣਾਇਆ ਹੈ। ਨਵੀਂ ਐਕਟਿਵ ਇਨਵੈਸਟਰ ਪੁਲਿਸ ਵੀਜ਼ਾ ਕੈਟੇਗਰੀ ਮੌਜੂਦਾ ਨਿਵੇਸ਼ਕ 1 ਅਤੇ ਨਿਵੇਸ਼ਕ 2 ਵੀਜ਼ਾ ਸ਼੍ਰੇਣੀ ਦੀ ਜਗ੍ਹਾ ਲਏਗਾ। ਨਿਊਜ਼ੀਲੈਂਡ ਦੀ ਆਰਥਿਕ ਅਤੇ ਖੇਤਰੀ ਵਿਕਾਸ ਮੰਤਰੀ ਸਟੂਅਰਟ ਨੈਸ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵਾਂ ਐਕਟਿਵ ਇਨਵੈਸਟਰ ਪਲੱਸ ਵੀਜ਼ਾ ਪੁਰਾਣੇ ਨਿਵੇਸ਼ ਵੀਜ਼ਾ ਸ਼੍ਰੇਣੀਆਂ ਦੀ ਥਾਂ ਲਏਗਾ ਤੇ ਪ੍ਰਵਾਸੀਆਂ ਨੂੰ ਨਿਊਜ਼ੀਲੈਂਡ ਦੇ ਕਾਰੋਬਾਰਾਂ ਵਿੱਚ ਨਿਵੇਸ਼ ਕਰਨ ਦੀ ਲੋੜ ਹੋਏਗੀ। ਉਹਨਾਂ ਨੇ ਕਿਹਾ ਕਿ ਪੁਰਾਣੇ ਵੀਜ਼ਿਆਂ ਦੇ ਨਤੀਜੇ ਵਜੋਂ ਅਕਸਰ ਪ੍ਰਵਾਸੀਆਂ ਨੇ ਨਿਊਜ਼ੀਲੈਂਡ ਦੀਆਂ ਕੰਪਨੀਆਂ ਵਿੱਚ ਸਿੱਧੇ ਤੌਰ ਤੇ ਨਿਵੇਸ਼ ਕਰਨ ਦੀ ਬਜਾਏ ਸ਼ੇਅਰ ਅਤੇ ਬਾਂਡਾਂ ਵਿੱਚ ਨਿਵੇਸ਼ ਕੀਤਾ। ਨੈਸ਼ ਨੇ ਕਿਹਾ ਕਿ ਅਸੀਂ ਨਿਊਜ਼ੀਲੈਂਡ ਵਿੱਚ ਐਕਟਿਵ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ
ਜੋ ਪ੍ਰੋਸੈਸਿਵ ਨਿਵੇਸ਼ ਦੀ ਤੁਲਨਾ ਵਿੱਚ ਵਧੇਰੇ ਉੱਚ ਕੁਸ਼ਲ ਨੌਕਰੀਆਂ ਅਤੇ ਆਰਥਿਕ ਵਿਕਾਸ ਪੈਦਾ ਕਰਦਾ ਹੈ। ਨਵੇਂ ਵੀਜ਼ਾ ਲਈ ਯੋਗਤਾ ਦੇ ਮਾਪਦੰਡ ਵਿੱਚ ਘੱਟੋ-ਘੱਟ 5 ਮਿਲੀਅਨ ਨਿਊਜ਼ੀਲੈਂਡ ਡਾਲਰ ਨਿਵੇਸ਼ ਸ਼ਾਮਲ ਹੈ ਅਤੇ ਇਸ ਵਿੱਚੋਂ ਕੇਵਲ 50% ਸੂਚੀਬੱਧ ਇਕੁਇਟੀ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ। ਨਵੀਂ ਵੀਜ਼ਾ ਸ਼੍ਰੇਣੀ ਵਿੱਚ 19 ਸਤੰਬਰ 2022 ਨੂੰ ਖੁੱਲੇਗੀ। ਨਿਵੇਸ਼ਕ 1 ਅਤੇ ਨਿਵੇਸ਼ਕ 2 ਵੀਜ਼ਾ ਦੇ ਤਹਿਤ ਅਰਜ਼ੀਆਂ ਹੁਣ 27 ਜੁਲਾਈ 2022 ਦੇ ਬਾਅਦ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਇਹਨਾਂ ਕਾਰੋਬਾਰਾਂ ਤੇ ਆਰਥਿਕ ਸਫਲ ਗਲੋਬਲ ਬ੍ਰਾਂਡਸ ਵਿੱਚ ਵਿਕਸਿਤ ਕਰਨ ਲਈ ਸਮਰੱਥ ਦੇਣਾ ਹੈ। ਉਹਨਾਂ ਨੇ ਕਿਹਾ ਕਿ ਨਿਵੇਸ਼ਕ ਵੀਜ਼ਾ ਸਟੈਟਿੰਗਸ ਨੂੰ ਅਪਡੇਟ ਕਰਨਾ ਹਾਈ ਵੈਲਿਊ ਵਾਲੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੀ ਸਾਡੀ ਰਣਨੀਤੀ ਦਾ ਮਹੱਤਵਪੂਰਨ ਹਿੱਸਾ ਨੇ। ਵਿਸ਼ਵ ਦੀ ਸਰਵੋਤਮ ਮੰਨੀ ਜਾਣ ਵਾਲੀ ਹਵਾਈ ਕੰਪਨੀ ਸਿੰਗਾਪੁਰ 에ਅਰਲਾਈਨਸ ਨੇ ਆਪਣੇ ਭਾਈਵਾਲ ਘੱਟ ਕਿਰਾਏ ਵਾਲੀ 에ਅਰਲਾਈਨ ਫਲਾਈ ਸਕੂਟ ਨਾਲ ਮਿਲ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਿੰਗਾਪੁਰ ਰਾਹੀਂ ਲੱਖਾਂ ਪੰਜਾਬੀਆਂ ਦੀ ਕਰਮ ਭੂਮੀ ਯਾਨੀ ਦੂਜਾ ਪੰਜਾਬ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਾਲੇ ਹਵਾਈ ਅੱਡੇ ਨਾਲ ਜੋੜ ਦਿੱਤਾ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਜਾਂ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਅਜੇ ਭਾਵੇਂ ਪੂਰੀ ਨਹੀਂ ਹੋਈ, ਪਰ ਵੈਨਕੂਵਰ ਜਾਣ ਵਾਲੇ ਪੰਜਾਬੀਆਂ ਨੂੰ ਦਿੱਲੀ ਦੀ ਖੱਜਲ ਖੁਆਰੀ ਤੋਂ ਬਚ ਕੇ ਹਵਾਈ ਸਫ਼ਰ ਸੁਖਾਲਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਜ਼ਰੂਰ ਬੂਰ ਪੈ ਰਿਹਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਭਿਆਨ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਆਸਟ੍ਰੇਲੀਆ ਅਤੇ ਅੰਮ੍ਰਿਤਸਰ ਵਿਚਾਲੇ ਸਿੰਗਾਪੁਰ ਰਾਹੀਂ ਹਵਾਈ ਸੰਪਰਕ ਮੁੜ ਜੁੜਨ ਤੋਂ ਬਾਅਦ ਸਿੰਗਾਪੁਰ 에ਅਰਲਾਈਨ ਤੇ ਇਸ ਦੀ ਭਾਈਵਾਲੀ ਸਕੂਟ ਹੁਣ ਅੰਮ੍ਰਿਤਸਰ ਨੂੰ ਕੈਨੇਡਾ ਦੇ ਵੈਨਕੂਵਰ ਦੇ ਨਾਲ ਅਮਰੀਕਾ ਦੇ ਸਾਨ ਫਰਾਂਸਿਸਕੋ, ਸਿਆਟਲ ਅਤੇ ਲਾਸ ਏਂਜਲਸ ਦੇ ਹਵਾਈ ਅੱਡਿਆਂ ਨਾਲ ਵੀ ਜੋੜਦੀ ਹੈ। ਇਸ ਨਾਲ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲਿਆ। ਉਹਨਾਂ ਨੇ ਕਿਹਾ ਕਿ ਸਿੰਗਾਪੁਰ 에ਅਰਲਾਈਨ ਨੇ ਸਾਲ 2004 ਤੋਂ 2009 ਤੱਕ ਅੰਮ੍ਰਿਤਸਰੋਂ ਉਡਾਣਾਂ ਚਲਾਈਆਂ ਸੀ, ਜਿਨ੍ਹਾਂ ਵਿੱਚੋਂ ਵੈਨਕੂਵਰ ਅਤੇ ਲਾਸ ਏਂਜਲਸ ਵਾਲੀਆਂ ਉਡਾਣਾਂ ਪੰਜਾਬੀਆਂ ਵਿੱਚ ਬਹੁਤ ਹੀ ਮਕਬੂਲ ਸਨ। ਫਿਰ 2009 ਵਿੱਚ ਦੁਨੀਆ ਭਰ ਵਿੱਚ ਆਈ ਵਪਾਰਕ ਮੰਦੀ ਕਾਰਨ ਸਿੰਗਾਪੁਰ 에ਅਰ ਨੇ ਵੈਨਕੂਵਰ ਅਤੇ ਅੰਮ੍ਰਿਤਸਰ ਦੋਵਾਂ ਰੂਟਾਂ ਤੇ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਹੁਣ ਸਿੰਗਾਪੁਰ 에ਅਰਲਾਈਨ ਵੱਲੋਂ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਨਾਲ ਅੰਮ੍ਰਿਤਸਰ ਇੱਕ ਵਾਰ ਫਿਰ ਸਿੰਗਾਪੁਰ ਰਾਹੀਂ ਇਹਨਾਂ ਮੰਜ਼ਿਲਾਂ ਨਾਲ ਸਿੱਧਾ ਜੁੜ ਗਿਆ। ਉਡਾਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਸਕੂਟ ਦੀ ਉਡਾਣ ਸ਼ਾਮ 7:40 ਤੇ ਰਵਾਨਾ ਹੁੰਦੀ ਹੈ ਅਤੇ ਸਥਾਨਕ ਸਮੇਂ ਅਨੁਸਾਰ ਸਵੇਰੇ 4:05 ਤੇ ਸਿੰਗਾਪੁਰ ਪਹੁੰਚਦੀ ਹੈ। ਲਗਭਗ 2 ਘੰਟੇ 55 ਮਿੰਟ ਦੀ ਛੋਟੀ ਮਿਆਦ ਦੇ ਨਾਲ ਯਾਤਰੀ ਸਵੇਰੇ 7 ਵਜੇ ਰਵਾਨਾ ਹੋਣ ਵਾਲੀ ਸਿੰਗਾਪੁਰ 에ਅਰਲਾਈਨ ਦੀ ਉਡਾਣ ਨਾਲ ਜੁੜਦੇ ਨੇ ਅਤੇ ਅਗਲੀ ਸਵੇਰ 6:45 ਤੇ ਵੈਨਕੂਵਰ ਪਹੁੰਚਦੇ ਨੇ। ਇਸ ਨਾਲ ਉਹਨਾਂ ਦੀ ਯਾਤਰਾ ਦੀ ਮਿਆਦ ਕੇਵਲ 23 ਘੰਟੇ 35 ਮਿੰਟ ਹੈ ਅਤੇ ਉਹਨਾਂ ਨੂੰ ਦਿੱਲੀ ਜਾਣ ਦੇ ਖੱਜਲ ਖੁਆਰੀ ਨਹੀਂ ਚੱਲਣੀ ਪੈਂਦੀ। ਸਕੂਟ ਅਤੇ ਸਿੰਗਾਪੁਰ 에ਅਰ ਵੈਨਕੂਵਰ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਵਾਪਸ ਅੰਮ੍ਰਿਤਸਰ ਲਈ ਸਿੰਗਾਪੁਰ ਵਿੱਚ ਲੰਬਾ ਸਮਾਂ ਇੰਤਜ਼ਾਰ ਕਰਨ ਦੇ ਸਮੇਂ ਨੂੰ ਘੱਟ ਕਰੇ, ਜਿਵੇਂ ਕਿ ਇਸ ਸਮੇਂ ਵੈਨਕੂਵਰ ਤੋਂ ਅੰਮ੍ਰਿਤਸਰ ਜਾਣ ਵਾਲੀ ਯਾਤਰੀਆਂ ਨੂੰ ਸਿੰਗਾਪੁਰ ਵਿੱਚ ਲਗਭਗ 20 ਘੰਟੇ ਦੇ ਲੰਬੇ ਸਮੇਂ ਲਈ ਰੁਕਣਾ ਪੈਂਦਾ ਹੈ। ਵਿਜ਼ਿਟਰ ਵੀਜ਼ਾ ਤੇ ਕੈਨੇਡਾ ਜਾਣਾ ਤੇ ਬਾਅਦ ਵਿੱਚ ਉੱਥੇ ਕੰਮ ਕਰਨਾ। ਜੀ ਹਾਂ, ਕੈਨੇਡਾ ਆਉਣ ਮਗਰੋਂ ਕੰਮ ਕਰ ਰਹੇ ਸੈਂਕੜੇ ਪ੍ਰਵਾਸੀਆਂ ਨੂੰ ਤੁਰੰਤ ਮੁਲਕ ਛੱਡਣ ਦੇ ਹੁਕਮ ਦਿੱਤੇ ਗਏ ਨੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਠੇਕੇ ਤੇ ਰੱਖੇ ਗਏ ਵਿਦੇਸ਼ੀ ਕਾਮੇ ਵਾਜਬ ਦਸਤਾਵੇਜ਼ਾਂ ਤੋਂ ਬਗੈਰ ਕੰਮ ਕਰ ਰਹੇ ਸਨ ਅਤੇ ਇਹਨਾਂ ਨੂੰ ਇੱਕ ਟੈਂਪਰੇਰੀ ਏਜੰਸੀ ਵੱਲੋਂ ਕੰਮ ਤੇ ਰੱਖਿਆ ਗਿਆ। CBC ਵੱਲੋਂ ਪ੍ਰਕਾਸ਼ਿਤ ਰਿਪੋਰਟ ਵਿੱਚ ਪ੍ਰਵਾਸੀਆਂ ਦੇ ਨਾਮ ਜਨਤਕ ਨਹੀਂ ਕੀਤੇ ਗਏ, ਪਰ ਇਹਨਾਂ ਨੇ ਆਪਣੀ ਪੂਰੀ ਕਹਾਣੀ ਬਿਆਨ ਕਰ ਦਿੱਤੀ। ਐਲਬਰਟਾ ਦੇ ਲੇਕ ਲੂਇਸ ਇਲਾਕੇ ਵਿੱਚ ਸਭ ਤੋਂ ਵੱਧ ਪ੍ਰਵਾਸੀ ਫੜੇ ਗਏ, ਜਿਨ੍ਹਾਂ ਕੋਲ ਕੋਈ ਵਰਕ ਪਰਮਿਟ ਨਹੀਂ ਸੀ। ਕੈਨੇਡਾ 19 ਜੁਲਾਈ ਤੋਂ ਆਪਣੇ 4 ਪ੍ਰਮੁੱਖ ਹਵਾਈ ਅੱਡਿਆਂ ਟੋਰਾਂਟੋ, ਵੈਨਕੂਵਰ, ਕੈਲਗਰੀ ਤੇ ਮੌਂਟਰੀਅਲ ਤੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਅੰਤਰਰਾਸ਼ਟਰੀ ਆਮਦ ਲਈ ਰੈਂਡਮ ਕੋਵਿਡ ਟੈਸਟਿੰਗ ਮੁੜ ਸ਼ੁਰੂ ਕਰੇਗਾ। ਕੈਨੇਡਾ ਨੇ 11 ਜੂਨ 2022 ਨੂੰ ਹਵਾਈ ਮਾਰਗ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਲਈ ਲਾਜ਼ਮੀ ਟੈਸਟਿੰਗ ਬੰਦ ਕਰ ਦਿੱਤੀ ਸੀ ਤਾਂ ਜੋ ਹਵਾਈ ਅੱਡਿਆਂ ਤੋਂ ਬਾਹਰ ਹਵਾਈ ਯਾਤਰੀਆਂ ਲਈ ਸੰਕਰਮਣ ਦੀ ਲਾਂਚ ਕੀਤੀ ਜਾ ਸਕੇ। ਇੱਕ ਬਿਆਨ ਵਿੱਚ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਕੈਨੇਡਾ ਵਿੱਚ ਕੋਵਿਡ-19 ਵਾਇਰਸ ਦੇ ਆਯਾਤ ਨੂੰ ਟਰੈਕ ਕਰਨ ਅਤੇ ਚਿੰਤਾ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਟੈਸਟਿੰਗ ਸਾਡੇ ਨਿਗਰਾਨੀ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ ਅਤੇ ਬਣੀ ਹੋਈ ਹੈ। ਕੈਨੇਡਾ ਦੇ ਵੈਨਕੂਵਰ, ਕੈਲਗਰੀ, ਮੌਂਟਰੀਅਲ ਅਤੇ ਟੋਰਾਂਟੋ ਦੇ 4 ਪ੍ਰਮੁੱਖ ਹਵਾਈ ਅੱਡਿਆਂ ਤੇ ਹਵਾਈ ਰਾਹੀਂ ਪਹੁੰਚਣ ਵਾਲੇ ਉਨ੍ਹਾਂ ਯਾਤਰੀਆਂ ਲਈ 19 ਜੁਲਾਈ 2022 ਨੂੰ ਲਾਜ਼ਮੀ ਟੈਸਟਿੰਗ
ਮੁੜ ਸ਼ੁਰੂ ਹੋਏਗੀ, ਜੋ ਪੂਰੀ ਤਰ੍ਹਾਂ ਟੀਕਾਕਰਨ ਕਰ ਚੁੱਕੇ ਨੇ। ਕੈਨੇਡਾ ਵਿੱਚ ਇੱਕ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਵਜੋਂ ਯੋਗਤਾ ਪੂਰੀ ਕਰਨ ਲਈ ਯਾਤਰੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਘੱਟੋ-ਘੱਟ 14 ਕੈਲੰਡਰ ਦਿਨ ਪਹਿਲਾਂ ਯਾਤਰਾ ਦੇ ਉਦੇਸ਼ ਲਈ ਕੈਨੇਡਾ ਸਰਕਾਰ ਦੁਆਰਾ ਸਵੀਕਾਰ ਕੀਤੇ ਗਏ ਕੋਵਿਡ-19 ਟੀਕਿਆਂ ਦੀ ਇੱਕ ਪ੍ਰਾਇਮਰੀ ਲੜੀ ਨਾਲ ਟੀਕਾਕਰਨ ਕਰਾਇਆ ਹੋਣਾ ਚਾਹੀਦਾ ਹੈ। ਇਹ ਹਵਾਈ ਯਾਤਰੀਆਂ ਲਈ ਸਾਰੇ ਟੈਸਟ ਜੋੜਦਾ ਹੈ, ਦੋਵਾਂ ਲਈ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਤੇ ਜਿਹੜੇ ਅੰਸ਼ਕ ਤੌਰ ਤੇ ਜਾਂ ਟੀਕਾਕਰਨ ਤੋਂ ਬਿਨਾਂ ਨੇ ਨੂੰ ਹਵਾਈ ਅੱਡਿਆਂ ਦੇ ਬਾਹਰ ਪੂਰਾ ਕੀਤਾ ਜਾਵੇ, ਜਾਂ ਤਾਂ ਚੋਣ ਪ੍ਰਦਾਤਾ ਸਥਾਨਾਂ ਅਤੇ ਫਾਰਮੇਸੀਆਂ ਤੇ ਵਿਅਕਤੀਗਤ ਤੌਰ ਤੇ ਜਾਂ ਸਵੈ ਸਵਾਬ ਟੈਸਟ ਦੁਆਰਾ ਜਾਂ ਮੁਲਾਕਾਤ ਦੁਆਰਾ ਜਾਂ ਵਰਚੁਅਲ ਮੁਲਾਕਾਤ ਦੁਆਰਾ। ਜਿਹੜੇ ਯਾਤਰੀਆਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ, ਜਦੋਂ ਤੱਕ ਛੋਟ ਨਹੀਂ ਦਿੱਤੀ ਜਾਂਦੀ, ਉਹਨਾਂ ਦੀ ਲਾਜ਼ਮੀ 14 ਦਿਨ ਕੁਆਰੰਟਾਈਨ ਦੇ ਦਿਨ ਅਤੇ 1 ਅਤੇ ਦਿਨ 8 ਤੇ ਜਾਂਚ ਕੀਤੀ ਜਾਏਗੀ। ਹਵਾਈ ਅੱਡਿਆਂ ਦੇ ਬਾਹਰ ਟੈਸਟ ਕਰਨਾ ਹਵਾਈ ਮਾਰਗ ਦੁਆਰਾ ਪਹੁੰਚਾਉਣ ਵਾਲੇ ਯਾਤਰੀਆਂ ਲਈ ਟੈਸਟਿੰਗ ਦਾ ਸਮਰਥਨ ਕਰੇਗਾ। ਲਾਜ਼ਮੀ ਟੈਸਟਿੰਗ ਬਿਨਾਂ ਕਿਸੇ ਬਦਲਾਅ ਦੇ ਐਂਟਰੀ ਦੇ ਲੈਂਡ ਬਾਰਡਰ ਪੁਆਇੰਟ ਤੇ ਜਾਰੀ ਰਹੇਗੀ। ਹਵਾਈ ਯਾਤਰੀ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਨੂੰ 15 ਮਿੰਟ ਦੇ ਅੰਦਰ ਆਪਣੀ ਕਸਟਮ ਘੋਸ਼ਣਾ ਨੂੰ ਪੂਰਾ ਕਰਨ ਦੀ ਲੋੜ ਹੋਏਗੀ। ਇੱਕ ਈਮੇਲ ਸੂਚਨਾ ਪ੍ਰਾਪਤ ਕੀਤੀ ਜਾਏਗੀ। ਈਮੇਲ ਵਿੱਚ ਉਹਨਾਂ ਦੇ ਖੇਤਰ ਵਿੱਚ ਇੱਕ ਟੈਸਟ ਪ੍ਰਦਾਤਾ ਨਾਲ ਉਹਨਾਂ ਦੀ ਜਾਂਚ ਦਾ ਪ੍ਰਬੰਧ ਕਰਨ ਵਿੱਚ ਮਦਦ ਲਈ ਜਾਣਕਾਰੀ ਹੋਏਗੀ। ਟੀਕਾਕਰਨ ਨਾ ਕੀਤੇ ਯਾਤਰੀ ਆਪਣੇ ਸਟੋਰਾਂ ਜਾਂ ਚੋਣਵੇਂ ਫਾਰਮੇਸੀਆਂ ਤੇ ਇੱਕ ਟੈਸਟਿੰਗ ਪ੍ਰਦਾਤਾ ਨਾਲ ਵਰਚੁਅਲ ਜਾਂ ਵਿਅਕਤੀਗਤ ਮੁਲਾਕਾਤ ਦੁਆਰਾ ਆਪਣੀ ਜਾਂਚ ਪੂਰੀ ਕਰ ਸਕਦੇ ਨੇ। ਕੈਨੇਡਾ ਪਹੁੰਚਣ ਤੋਂ ਪਹਿਲਾਂ 72 ਘੰਟਿਆਂ ਦੇ ਅੰਦਰ ਕੈਨੇਡਾ ਲਈ ਨਿਰਧਾਰਤ ਕਰੂਜ਼ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀ ਅਰਾਈਵਫਨ ਐਪ ਦੀ ਵਰਤੋਂ ਕਰਨਾ ਜਾਰੀ ਰੱਖਣਗੇ। ਪੰਜਾਬ ਦੇ ਰੀਜਨਲ ਪਾਸਪੋਰਟ ਅਫਸਰ ਚੰਡੀਗੜ੍ਹ ਤੋਂ ਪਾਸਪੋਰਟ ਬਣਾਉਣ ਦੇ ਲਈ ਲੋਕਾਂ ਨੂੰ ਆਨਲਾਈਨ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ। ਆਨਲਾਈਨ ਅਪਾਇੰਟਮੈਂਟਸ ਦੇ ਲਈ ਲੋਕਾਂ ਨੂੰ ਸਤੰਬਰ 2022 ਤੱਕ ਇੰਤਜ਼ਾਰ ਕਰਨਾ ਪਏਗਾ। 1 ਤੋਂ 1.5 ਮਹੀਨੇ ਦੇ ਇੰਤਜ਼ਾਰ ਦੇ ਬਾਅਦ ਲੋਕਾਂ ਨੂੰ ਅਪਾਇੰਟਮੈਂਟਸ ਮਿਲ ਰਹੀਆਂ ਨੇ। ਦੱਸ ਦਈਏ ਕਿ ਕੋਵਿਡ-19 ਦੇ ਕਾਰਨ ਬੀਤੇ 2 ਸਾਲ ਬਾਰ-ਬਾਰ ਲਾਕਡਾਊਨ ਦੀ ਪ੍ਰਕਿਰਿਆ ਦੇ ਕਾਰਨ ਤੇ ਵਿਦੇਸ਼ ਵਿੱਚ ਮਹਾਮਾਰੀ ਦੇ ਦੌਰਾਨ ਸਥਿਤੀ ਬੇਕਾਬੂ ਹੋਣ ਨਾਲ ਲੋਕਾਂ ਦੇ ਬਾਹਰ ਜਾ ਕੇ ਕੰਮ ਕਰਨ, ਸਟੱਡੀ ਵੀਜ਼ਾ ਤੇ ਹੋਰ ਕਾਰਜਾਂ ਦੇ ਲਈ ਪਾਸਪੋਰਟ ਬਣਾਉਣੇ ਬੰਦ ਕਰ ਦਿੱਤੇ ਨੇ। ਲਾਕਡਾਊਨ ਦੇ ਦੌਰਾਨ ਕੇਵਲ ਉਹ ਲੋਕ ਹੀ ਪਾਸਪੋਰਟ ਦੇ ਲਈ ਅਪਲਾਈ ਕਰ ਰਹੇ ਸਨ ਜਿਨ੍ਹਾਂ ਨੂੰ ਕਿਸੇ ਜ਼ਰੂਰੀ ਕੰਮ ਜਾਂ ਆਪਤਕਾਲੀਨ ਸਥਿਤੀ 'ਚ ਵਿਦੇਸ਼ ਜਾਣਾ ਸੀ। ਪਰ ਹੁਣ ਸਥਿਤੀ ਠੀਕ ਹੋਣ ਦੇ ਬਾਅਦ ਸਟੱਡੀ ਵੀਜ਼ਾ, ਵਰਕ ਵੀਜ਼ਾ ਤੇ ਹੋਰਨਾਂ ਵੀਜ਼ਿਆਂ ਦੇ ਚਲਦੇ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਤੁਰੰਤ ਪਾਸਪੋਰਟ ਬਣਾਉਣ ਦੇ ਲਈ ਲੋਕਾਂ ਨੂੰ ਸਤੰਬਰ ਤੱਕ ਇੰਤਜ਼ਾਰ ਕਰਨਾ ਪਏਗਾ। ਦੱਸ ਦਈਏ ਕਿ ਚੰਡੀਗੜ੍ਹ ਰੀਜਨਲ ਦਫ਼ਤਰ 'ਚ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਲੋਕਾਂ ਦੇ ਪਾਸਪੋਰਟ ਬਣਾਏ ਜਾਂਦੇ ਨੇ। ਆਧਾਰ ਕਾਰਡ, ਪੈਨ ਕਾਰਡ ਤੇ ਵੋਟਰ ਕਾਰਡ, ਸਿੱਖਿਆ ਦਾ ਦਸਤਾਵੇਜ਼, 10ਵੀਂ 12ਵੀਂ ਗ੍ਰੈਜੂਏਸ਼ਨ ਤੇ ਹੋਰ ਦਸਤਾਵੇਜ਼, ਕਲਰ ਫੋਟੋ, ਸਫੈਦ ਬੈਕਗ੍ਰਾਉਂਡ ਦੇ ਨਾਮ ਨਾਲ ਜਨਮ ਪੱਤਰ। ਜੇ ਜਨਮ ਪੱਤਰ ਨਹੀਂ ਹੈ ਤਾਂ ਉਸ ਦੇ ਵਿਕਲਪ ਵਿੱਚ LSI ਪਾਲਿਸੀ ਤੇ ਸਿੱਖਿਆ ਯੋਗਤਾ ਦੇ ਦਸਤਾਵੇਜ਼ ਦਿੱਤੇ ਜਾ ਸਕਦੇ ਨੇ। ਕੈਨੇਡਾ ਵਿੱਚ ਬੀਤੇ 2 ਹਫ਼ਤਿਆਂ ਦੌਰਾਨ ਐਕਸਪ੍ਰੈਸ ਐਂਟਰੀ ਵਿੱਚੋਂ ਹੁਨਰਮੰਦ ਵਰਕਰਸ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 2 ਡਰਾ ਕੱਢੇ ਗਏ, ਜਿਨ੍ਹਾਂ ਵਿੱਚ ਕੁੱਲ 3250 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲਿਆ। ਡਰਾ ਦਾ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਆਮ ਨਾਲੋਂ ਅੱਜ ਵੱਧ ਹੈ, ਜੋ ਕਿ ਬੀਤੇ ਦਿਨ ਕੱਢੇ ਗਏ ਡਰਾ ਵਿੱਚ 542 ਰਿਹਾ ਅਤੇ 6 ਜੁਲਾਈ ਦੇ ਡਰਾ ਵਿੱਚ 557 ਸੀ। ਇਸ ਸਾਲ ਵਿੱਚ 55,900 ਉਮੀਦਵਾਰਾਂ ਨੂੰ ਪੱਕੇ ਕਰਨ ਲਈ 31 ਦਸੰਬਰ ਤੱਕ ਹਰੇਕ ਦੂਸਰੇ ਹਫ਼ਤੇ ਡਰਾ ਨਿਕਲਦੇ ਰਹਿਣ ਦੀ ਸੰਭਾਵਨਾ ਹੈ। 2023 ਵਿੱਚ ਐਕਸਪ੍ਰੈਸ ਐਂਟਰੀ ਵਿੱਚੋਂ 1,11,500 ਉਮੀਦਵਾਰਾਂ ਦੇ ਡਰਾ ਕੱਢੇ ਜਾਣ ਦਾ ਟੀਚਾ ਹੈ। ਅਗਲੇ ਸਾਲ ਤੋਂ ਹੀ ਕੈਨੇਡਾ ਦੀ ਰੁਜ਼ਗਾਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਐਕਸਪ੍ਰੈਸ ਐਂਟਰੀ ਵਿੱਚੋਂ ਵੱਧ ਕਿੱਤਿਆਂ ਅਤੇ ਸਹਾਇਕ ਕਿੱਤਿਆਂ ਵਾਲੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲਣਾ ਸ਼ੁਰੂ ਹੋ ਜਾਣਾ ਹੈ। ਇਸ ਨਾਲ ਸਟੱਡੀ ਪਰਮਿਟ ਰਾਹੀਂ ਕੈਨੇਡਾ ਪਹੁੰਚਣ ਦੀ ਬਜਾਏ ਆਪਣੀ ਯੋਗਤਾ ਆਧਾਰਿਤ ਪੱਕੀ ਇਮੀਗ੍ਰੇਸ਼ਨ ਲੈਣ ਦਾ ਰੁਝਾਨ ਵਧਣ ਦਾ ਅੰਦਾਜ਼ਾ ਹੈ, ਕਿਉਂਕਿ ਲੋਕਾਂ ਵਾਸਤੇ ਆਪਣੇ ਦੇਸ਼ ਵਿੱਚ ਰਹਿ ਕੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਪ੍ਰਾਪਤ ਕਰਨ ਦੀਆਂ ਸ਼ਰਤਾਂ, ਜੀ ਹਾਂ, ਜਿਸ ਦੇ ਵਿੱਚ ਕੰਮ ਦਾ ਤਜਰਬਾ, ਭਾਸ਼ਾ ਗਿਆਨ ਆਦਿ ਚੀਜ਼ਾਂ ਆਉਂਦੀਆਂ ਨੇ, ਪੂਰੀਆਂ ਕਰਨਾ ਸੌਖਾ ਹੋਏਗਾ। ਇਸ ਸਮੇਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਕੋਲ ਵੀਜ਼ਾ, ਵਰਕ ਪਰਮਿਟ, ਸਟੱਡੀ ਪਰਮਿਟ, ਪੱਕੀ ਇਮੀਗ੍ਰੇਸ਼ਨ, ਨਾਗਰਿਕਤਾ ਦੀਆਂ ਤਕਰੀਬਨ 27 ਲੱਖ ਤੋਂ ਵੱਧ ਅਰਜ਼ੀਆਂ ਮਿਲੀਆਂ ਹੋਈਆਂ ਨੇ। ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਕੈਨੇਡਾ ਸਰਕਾਰ ਦੀ ਸਿਰਦਰਦੀ ਬਣ ਗਿਆ, ਜੋ ਕਿਸੇ ਤਰੀਕੇ ਘਟਦਾ ਨਜ਼ਰ ਨਹੀਂ ਆ ਰਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਾਸਕ ਫੋਰਸ ਗਠਿਤ ਕਰਨ ਦੇ ਬਾਵਜੂਦ ਪਿਛਲੇ 6 ਹਫ਼ਤੇ ਦੌਰਾਨ ਵਿਚਾਰ ਅਧੀਨ ਇਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ 3 ਲੱਖ ਦੇ ਵਾਧੇ ਨਾਲ 27 ਲੱਖ ਤੇ ਪਹੁੰਚ ਗਈ ਹੈ। ਇਹਨਾਂ ਵਿੱਚ ਵਿਜ਼ਿਟਰ ਵੀਜ਼ਾ ਮੰਗਣ ਵਾਲਿਆਂ ਦੀ ਗਿਣਤੀ 9 ਲੱਖ ਅਤੇ ਸਟੱਡੀ ਵੀਜ਼ਾ ਮੰਗਣ ਵਾਲਿਆਂ ਦਾ ਅੰਕੜਾ ਤਕਰੀਬਨ 2 ਲੱਖ ਦੱਸਿਆ ਜਾ ਰਿਹਾ।
ਸਿਟੀਜ਼ਨਸ਼ਿਪ ਦੀ ਕਤਾਰ ਵਿੱਚ ਲੱਗੇ ਪ੍ਰਵਾਸੀਆਂ ਦੀ ਗਿਣਤੀ 4.5 ਲੱਖ ਤੱਕ ਪਹੁੰਚ ਗਈ ਹੈ, ਜਦਕਿ ਪਰਮਨੈਂਟ ਰੈਜ਼ੀਡੈਂਸ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ 5,15,000 ਦੱਸੀ ਜਾ ਰਹੀ ਹੈ। ਇਟਲੀ ਵਿੱਚ ਇਸ ਹਫ਼ਤੇ 에ਅਰਲਾਈਨਸ ਕਰਮਚਾਰੀਆਂ ਦੀ ਹੜਤਾਲ ਕਾਰਨ ਘੱਟੋ-ਘੱਟ 400 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਕੋਰੀਏਰੇ ਡੇਲਾ ਸੈਰਾ ਅਖਬਾਰ ਦੇ ਅਨੁਸਾਰ ਰਾਇਨੇਅਰ, ਵੋਲਟੀਆ, ਈਜ਼ੀਜੈਟ ਅਤੇ ਮਾਲਟਾ 에ਅਰ ਸਟਾਫ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੜਤਾਲ ਤੇ ਰਿਹਾ ਸੀ। ਇਤਾਲਵੀ 에ਅਰਲਾਈਨਸ ਈਟਾ 에ਅਰਵੇਜ਼ ਨੇ ਘੋਸ਼ਣਾ ਕੀਤੀ ਸੀ ਕਿ ਉਹ 122 ਉਡਾਣਾਂ ਨੂੰ ਰੱਦ ਕਰੇਗੀ, ਜੋ ਕਿ ਐਤਵਾਰ ਨੂੰ ਇਸ ਦੀਆਂ ਕੁੱਲ ਉਡਾਣਾਂ ਦੀ 40% ਬੜੀ ਸੀ। ਟ੍ਰੇਡ ਯੂਨੀਅਨ ਦੇ ਬਿਆਨ ਦੇ ਅਨੁਸਾਰ ਉਦਯੋਗਿਕ ਕਾਰਵਾਈ ਨੂੰ ਇਟਾਲੀਅਨ 에ਅਰ ਨੈਵੀਗੇਸ਼ਨ ਸਰਵਿਸਿਜ਼ ਪ੍ਰੋਵਾਈਡਰ ਦੇ 에ਅਰ ਟ੍ਰੈਫਿਕ ਕੰਟਰੋਲਰਾਂ ਦੁਆਰਾ ਸਮਰਥਨ ਕੀਤਾ ਗਿਆ। ਹੜਤਾਲ ਨਾਲ ਕੁੱਲ ਮਿਲਾ ਕੇ ਲਗਭਗ 68,000 ਯਾਤਰੀ ਪ੍ਰਭਾਵਿਤ ਹੋਏ ਸੀ। ਅਪਾਹਜ ਵਿਅਕਤੀਆਂ ਲਈ ਬੋਰਡਿੰਗ ਅਤੇ ਫਲਾਈਟ ਦੀ ਸਹੂਲਤ ਲਈ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਨਿਯਮਾਂ ਵਿੱਚ ਸੋਧ ਕੀਤੀ ਹੈ। DGCA ਨੇ ਸ਼ੁੱਕਰਵਾਰ ਨੂੰ ਕਿਹਾ, ਜੇਕਰ ਕਿਸੇ 에ਅਰਲਾਈਨ ਨੂੰ ਲੱਗਦਾ ਹੈ ਕਿ ਉਡਾਣ ਦੌਰਾਨ ਕਿਸੇ ਅਪਾਹਜ ਯਾਤਰੀ ਦੇ ਬਿਮਾਰ ਹੋਣ ਦੀ ਸੰਭਾਵਨਾ ਹੈ ਤਾਂ ਉਸ ਨੂੰ ਹਵਾਈ ਅੱਡੇ ਤੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਅਤੇ ਇਸ ਸੰਬੰਧ ਵਿੱਚ ਉਚਿਤ ਫੈਸਲਾ ਲੈਣਾ ਚਾਹੀਦਾ ਹੈ ਕਿ ਯਾਤਰੀ ਨੂੰ ਕੀ ਹੋਣਾ ਚਾਹੀਦਾ ਹੈ ਜਾਂ ਨਹੀਂ, ਬੋਰਡਿੰਗ ਤੋਂ ਇਨਕਾਰ ਕੀਤਾ ਜਾਂ ਨਹੀਂ। ਇਸ ਵਿੱਚ ਕਿਹਾ ਗਿਆ ਹੈ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੁਆਰਾ ਕਿ ਜੇਕਰ 에ਅਰਲਾਈਨ ਕਿਸੇ ਵੱਖਰੇ ਤੌਰ ਤੇ ਸਮਰੱਥ ਯਾਤਰੀ ਨੂੰ ਬੋਰਡਿੰਗ ਤੋਂ ਇਨਕਾਰ ਕਰਨ ਦਾ ਫੈਸਲਾ ਕਰਦੀ ਹੈ ਤਾਂ ਉਹਨਾਂ ਨੂੰ ਤੁਰੰਤ ਯਾਤਰੀ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਨਾ ਹੋਵੇਗਾ ਅਤੇ ਉਸ ਨੋਟ ਵਿੱਚ ਕਾਰਨ ਦਾ ਜ਼ਿਕਰ ਵੀ ਕਰਨਾ ਹੋਵੇਗਾ। ਰੈਗੂਲੇਟਰ ਨੇ ਉਪਰੋਕਤ ਨਿਯਮ ਨੂੰ 3 ਜੂਨ ਪ੍ਰਸਤਾਵਿਤ ਕੀਤੇ ਸਨ। 7 ਮਈ ਨੂੰ ਰਾਂਚੀ ਹਵਾਈ ਅੱਡੇ ਤੇ ਇੱਕ ਵੱਖਰੇ ਤੌਰ ਤੇ ਅਪਾਹਜ ਲੜਕੇ ਨੂੰ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਹ ਸਨ ਇਸ ਹਫ਼ਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਫਿਰ ਤੋਂ ਮੈਂ ਹਾਜ਼ਰ ਹੋਵਾਂਗੀ ਨਵੀਆਂ ਅਪਡੇਟਸ ਲੈ ਕੇ। ਵਰੁਣ ਕੌਰ ਮਾਨ ਨੂੰ ਦਿਓ ਆਗਿਆ ਜੀ। ਦੇਖਦੇ ਰਹੋ ਪੰਜਾਬ ਮਿਲੀ USA TV। ਸਤਿ ਸ਼੍ਰੀ ਅਕਾਲ।